ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾफ़ी समय तो ਤੁਸੀਂ ਬੜੀ ਇਕਾਗਰਤਾ ਨਾਲ ਸੁਣਦੇ ਇਸ ਕਰਕੇ मैं बहुत ਬਰੀਫ ਰੱਖਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰੂੰਗਾ। ਤੇ ਦੂਸਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਅਜੇਪਾਲ ਸਿੰਘ ਬਰਾੜ ਹੋਣਾ ਨੇ ਦੱਸਿਆ ਕਿ ਸਾਡੇ ਕੋਲ ਬਹੁਤ ਸਾਰੀ ਇਨਫੋਰਮੇਸ਼ਨ ਆਈ ਸੀਗੀ, ਪਰ ਜਿਹੜੀ ਇਨਫੋਰਮੇਸ਼ਨ ਦਾ ਕੋਈ ਡਾਕੂਮੈਂਟਰੀ ਆਧਾਰ ਸੀਗਾ ਅਸੀਂ ਸਿਰਫ ਉਹੀ ਇਹਦੇ ਵਿੱਚ ਸ਼ਾਮਲ ਕੀਤੀ ਹੈ। ਤੇ ਜਿਹੜੀ ਵੀ ਇਨਫੋਰਮੇਸ਼ਨ ਇਹਦੇ ਵਿੱਚ ਸ਼ਾਮਲ ਕੀਤੀ ਆ ਉਹਦੇ ਰਿਲੇਟਡ ਜਿੰਨੇ ਵੀ ਡਾਕੂਮੈਂਟ ਨੇ ਉਹ ਵੀ ਸਾਰੇ, ਇਹ ਸਿਰਫ 40 ਪੰਨਿਆਂ ਦੀ ਛੋਟੀ ਜਿਹੀ ਰਿਪੋਰਟ ਹੈ। ਇਹਦੇ ਨਾਲ ਇਹਦੀ ਇੰਗਲਿਸ਼ ਟਰਾਂਸਲੇਸ਼ਨ ਹੈ ਤੇ ਬਾਕੀ ਲਗਭਗ 160 ਸਫੇ ਜਿਹੜੇ ਆ ਉਹ ਉਹਨਾਂ ਡਾਕੂਮੈਂਟਸ ਦੇ ਨੇ ਜਿਹੜੇ ਸਪੋਰਟਿਵ ਡਾਕੂਮੈਂਟਸ ਜਾਂ ਐਵੀਡੈਂਸ ਆਪਾਂ ਜਿਹੜਾ ਉਹ ਕਹਿ ਸਕਦੇ ਹਾਂ। ਪਹਿਲੇ ਭਾਗ ਦੇ ਬਾਰੇ ਦੇ ਵਿੱਚ ਤਕਰੀਬਨ ਕਿਉਂਕਿ ਗੁਰਬਾਣੀ ਪ੍ਰਸਾਰਨ ਜਦੋਂ ਸ਼ੁਰੂ ਹੋਇਆ ਕਿਸ ਤਰੀਕੇ ਨਾਲ ਚੱਲਿਆ ਉਹ ਉਹਨਾਂ ਨੇ ਸਾਰੇ ਵਿਸਤਾਰ ਦੇ ਵਿੱਚ ਦੱਸ ਦਿੱਤਾ ਆ। ਇਹਦਾ ਜਿਹੜਾ ਦੂਸਰਾ ਭਾਗ ਸੀਗਾ ਉਹ ਇਹ ਹੈ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਮਝੌਤੇ ਕੀਤੇ ਗਏ ਉਹਨਾਂ ਨੂੰ ਅਸੀਂ ਸਿੱਖੀ ਜਾਂ ਗੁਰਮਤ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕੀਤੀ ਕਿ ਕੀ ਇਹ ਜਿਹੜੇ ਐਗਰੀਮੈਂਟਸ ਨੇ ਉਹ ਸਿੱਖੀ ਭੈ ਭਾਵਨੀ ਨੂੰ ਸੈਟੀਸਫਾਈ ਕਰਦੇ ਆ ਜਾਂ ਨਹੀਂ ਕਰਦੇ। ਉਹਦੇ 'ਚ ਬਿਲਕੁਲ ਪੁਆਇੰਟਡ ਗੱਲਾਂ ਜਿਹੜੀਆਂ ਆ, ਹਾਂਜੀ ਬਿਲਕੁਲ ਪੁਆਇੰਟਡ ਗੱਲਾਂ ਜਿਹੜੀਆਂ ਉਹ ਮੈਂ ਤੁਹਾਡੇ ਸਾਹਮਣੇ ਰੱਖਦਾ ਹਾਂ। ਇੱਕ ਤਾਂ ਉਹਦੇ ਵਿੱਚ ਅਕਾਲ ਤਖਤ ਸਾਹਿਬ ਦਾ ਇਹ ਹੁਕਮਨਾਮਾ ਆ ਕਿ ਦਰਬਾਰ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਨਾਲ ਸੰਬੋਧਨ ਹੋਣਾ ਚਾਹੀਦਾ ਆ। ਜਿਹੜਾ ਗੋਲਡਨ ਟੈਂਪਲ ਲਫ਼ਜ਼ ਹੈ ਉਹ ਸ਼੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਅਜ਼ਮਤ ਆ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਉਹਨੂੰ ਰਿਫਲੈਕਟ ਨਹੀਂ ਕਰਦਾ। ਸੋ ਇਹਦੇ ਵਿੱਚ ਗੋਲਡਨ ਟੈਂਪਲ ਦੀ ਸ਼ਬਦ ਦੀ ਵਰਤੋਂ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤੀ ਗਈ ਆ ਔਰ ਇਹ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਆ। ਦੂਸਰੀ ਜਿਹੜੀ ਗੱਲ ਹੈ ਕਿ ਇਹਦੇ ਵਿੱਚ ਜਿਹੜੀ ਗ੍ਰੰਥੀ ਸਾਹਿਬਾਨ ਨੇ, ਅਰਦਾਸੀਏ ਸਿੰਘ ਨੇ, ਸੇਵਾਦਾਰ ਨੇ, ਉਹ ਸਾਰੇ ਗੁਰੂ ਘਰ ਦੇ ਪ੍ਰਬੰਧ ਨੂੰ ਉੱਥੇ ਸੇਵਾਵਾਂ ਨਿਭਾਉਣ ਜਿਹੜੀਆਂ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਵੱਲੋਂ ਬਖਸ਼ੀਆਂ ਗਈਆਂ ਉਹ ਬਹੁਤ ਸਤਿਕਾਰਤ ਹਸਤੀਆਂ ਨੇ। ਉਹਨਾਂ ਦੇ ਵਾਸਤੇ ਜਿਹੜੀ ਟਰਮੀਨੋਲੋਜੀ ਵਰਤੀ ਗਈ ਹੈ ਉਹ ਮਤਲਬ ਬਹੁਤ ਹੀ ਜ਼ਿਆਦਾ ਆਪਾਂ ਕਹਿ ਸਕਦੇ ਕਿ ਇੱਕ ਚਲੰਤ ਪੱਧਰ ਦੀ ਸਿੰਗਰਸ ਐਂਡ ਪਰਫਾਰਮਰਸ, ਮਤਲਬ ਉੱਥੇ ਦੇਖੋ ਦਰਬਾਰ ਸਾਹਿਬ ਦੇ ਹਰਿਮੰਦਰ ਸਾਹਿਬ ਦੇ ਅੰਦਰ ਇੱਕ ਤਾਂ ਗੁਰਬਾਣੀ ਪਾਠ ਹੁੰਦਾ, ਦੂਸਰਾ ਹੁਕਮਨਾਮਾ ਸਾਹਿਬ ਹੁੰਦਾ, ਕੀਰਤਨ ਹੁੰਦਾ, ਅਰਦਾਸ ਹੁੰਦੀ ਹੈ ਤੇ ਕੀਰਤਨ ਦੀਆਂ ਵੱਖ-ਵੱਖ ਵਿਧੀਆਂ ਨੇ ਜਿਹੜੀਆਂ, ਚਾਹੇ ਉਹ ਆਰਤੀ ਹੈ ਚਾਹੇ ਉਹ ਚੌਂਕੀਆਂ ਲੱਗਦੀਆਂ ਨੇ ਉਹ ਹੁੰਦੀਆਂ ਨੇ। ਸੋ ਜਦੋਂ ਵੀ ਉਹਨਾਂ ਕਾਰ ਵਿਹਾਰ ਨੂੰ ਕਰਨ ਵਾਲਿਆਂ ਦੇ ਬਾਰੇ ਦੇ ਵਿੱਚ ਆਪਾਂ ਵਰਤ ਰਹੇ ਹਾਂ ਜੋ ਇੱਕ ਸਿੱਖੀ ਭੈ ਭਾਵਨੀ ਦੀ ਸ਼ਬਦਾਵਲੀ ਬਿਲਕੁਲ ਉਹਦੇ ਤੋਂ ਉਲਟ ਜਾ ਕੇ, ਸੋ ਉਹਨਾਂ ਦੇ ਲਈ ਸਿੰਗਰਸ ਐਂਡ ਪਰਫਾਰਮਰਸ ਸ਼ਬਦ ਜਿਹੜਾ ਆ ਉਹਦੇ ਵਿੱਚ ਵਰਤਿਆ ਗਿਆ। ਸਾਨੂੰ ਇਹ ਲੱਗਦਾ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜੀਆਂ ਸਿੱਖ ਈਥੋਸ ਨੇ ਉਹਨਾਂ ਦੇ ਮੁਤਾਬਕ ਢੁਕਵੀਂ ਸ਼ਬਦਾਵਲੀ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੈਕਟਸ 'ਚ, ਲੀਗਲ ਕੰਟਰੈਕਟਸ 'ਚ ਸਹੀ ਨਹੀਂ ਹੈਗੀ। ਉਸ ਤੋਂ ਇਲਾਵਾ ਇਹ ਹੈ ਕਿ ਜਿਸ ਤਰ੍ਹਾਂ ਮੈਂ ਦੱਸਿਆ ਕਿ ਗੁਰਬਾਣੀ ਦਾ ਪਾਠ ਹੁੰਦਾ ਹੈ, ਕੀਰਤਨ ਹੁੰਦਾ ਆ, ਅਰਦਾਸ ਹੁੰਦੀ ਆ ਤੇ ਹੁਕਮਨਾਮਾ ਸਾਹਿਬ ਹੁੰਦਾ। ਸੋ ਕੋਈ ਵੀ ਜੇ ਤੁਸੀਂ ਟਰਮ ਨਿਰਧਾਰਿਤ ਕਰ ਰਹੇ ਹੋ ਆਪਣੇ ਐਗਰੀਮੈਂਟ ਦੇ ਵਿੱਚ, ਉਹ ਜਿਹੜੀ ਟਰਮ ਹੈ ਉਹ ਬਿਲਕੁਲ ਸਪਸ਼ਟ ਗੱਲ ਹੈ ਕਿ ਉਹ ਗੁਰਬਾਣੀ ਦੇ ਉੱਪਰ ਹੀ ਆਪਾਂ ਉਹ ਕੰਡੀਸ਼ਨ ਜਿਹੜੀ ਆ ਉਹ ਲਾ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀ ਇੱਕ ਕੰਡੀਸ਼ਨ ਜਿਹੜੀ ਕਿ ਆਪਾਂ ਕਹਿ ਸਕਦੇ ਕਿ ਬਹੁਤ ਹੀ ਜ਼ਿਆਦਾ ਇਤਰਾਜ਼ਯੋਗ ਹੈ ਉਹ ਮੈਂ ਤੁਹਾਨੂੰ ਪੜ੍ਹ ਕੇ, ਕਿਉਂਕਿ ਇੰਗਲਿਸ਼ ਦੇ ਵਿੱਚ ਹੀ ਆ ਤਾਂ ਉਹ ਪੜ੍ਹ ਕੇ ਸੁਣਾਉਣੀ ਚਾਹੁੰਦਾ। ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਵੀ ਪ੍ਰਸਾਰਨ ਹੋਊਗਾ ਉਹਦੇ ਵਿੱਚ ਕੁਝ ਵੀ ਇੰਡੀਆ ਦੀ ਯੂਨਿਟੀ, ਇੰਟੈਗ੍ਰਿਟੀ, ਸੋਵਰੈਨਿਟੀ, ਫਰੈਂਡਲੀ ਰਿਲੇਸ਼ਨ ਵਿਦ ਅਦਰ ਕੰਟਰੀਜ਼ ਉਹਦੇ ਖਿਲਾਫ ਨਹੀਂ ਕਿਹਾ ਜਾ ਸਕਦਾ। ਪ੍ਰਸਾਰਨ ਕਿਸ ਚੀਜ਼ ਦਾ ਹੋਣਾ? ਪ੍ਰਸਾਰਨ ਸਿਰਫ ਤੇ ਸਿਰਫ ਗੁਰਬਾਣੀ ਦਾ ਹੋਣਾ। ਗੁਰਬਾਣੀ ਦੇ ਉੱਪਰ ਕਿਸੇ ਦੁਨਿਆਵੀ ਸਟੇਟ ਦੇ ਕਾਨੂੰਨ ਦੀ ਜਿਹੜੀ ਕੰਡੀਸ਼ਨ ਹੈ ਉਹ ਅਪਲਾਈ ਨਹੀਂ ਹੁੰਦੀ। ਸੋ ਇਹ ਇੱਕ ਬੜੀ ਵੱਡੀ, ਆਪਾਂ ਮੁਗਲਾਂ ਦਾ ਦੌਰ ਵੀ ਦੇਖਿਆ ਜਾਂ ਹੋਰ ਦੌਰ ਵੀ ਦੇਖਿਆ, ਕਿਸੇ ਨੇ ਵੀ ਆਪਣੀ ਇੰਪੋਜੀਸ਼ਨ ਇਸ ਤਰ੍ਹਾਂ ਦੀ ਗੁਰਬਾਣੀ ਦੇ ਵਿੱਚ ਨਹੀਂ ਸੀ ਕਦੀ ਵੀ ਲਗਾਈ ਜਿਹੜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੈਕਟ ਦੇ ਵਿੱਚ ਹੈ। ਬੇਸ਼ੱਕ ਉਹ ਲੀਗਲੀ ਹੀ ਕੰਟਰੈਕਟ ਜਿਹੜਾ ਆ ਉਹ ਪ੍ਰਸਾਰਨ ਵਾਸਤੇ ਕੀਤਾ ਗਿਆ, ਪਰ ਇਸ ਤਰ੍ਹਾਂ ਦਾ ਲਾਉਣਾ। ਫਿਰ ਇਸ ਤੋਂ ਅਗਲਾ ਜਿਹੜੀ ਗੱਲ ਕਰਨੀ ਚਾਹੁੰਦੇ ਆ ਜਿਹੜੀ ਇੰਟੈਲੈਕਚੁਅਲ ਪ੍ਰੋਪਰਟੀ ਦੀ ਆਈ, ਉਹਦੇ ਵਿੱਚ ਅਸੀਂ ਦੋਵੇਂ ਪੱਖ ਹੀ ਤਕਰੀਬਨ ਦੇਖੇ ਨੇ। ਇੱਕ ਇਹ ਆਇਆ ਸੀਗਾ ਕਿ ਇੱਕ ਟੈਕਨੀਕਲ ਟਰਮੀਨੋਲੋਜੀ ਹੈ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਦੀ, ਫੇਸਬੁੱਕ ਆਪਣੇ ਆਪ ਅਪਲਾਈ ਕਰ ਦਿੰਦਾ ਆ। ਉਹ ਮੈਂ ਵਿਸਤਾਰ ਦੇ ਵਿੱਚ ਨਹੀਂ ਜਾਣਾ, ਬਹੁਤ ਡਿਟੇਲ ਦੇ ਵਿੱਚ ਅਸੀਂ ਰਿਪੋਰਟ ਦੇ ਵਿੱਚ ਦੱਸਿਆ ਕਿ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਦਾ ਕਲੇਮ ਜਿਹੜਾ ਆ ਉਹ ਕਿਸ ਤਰੀਕੇ ਦੇ ਨਾਲ ਪਾਇਆ ਜਾਂਦਾ ਹੈ,
ਬਕਾਇਦਾ ਜਿੰਨਾ ਫੇਸਬੁੱਕ ਦਾ ਸਾਰਾ ਪ੍ਰੋਸੀਜਰ ਹੈ ਉਹ ਪ੍ਰੋਸੀਜਰ ਨਾਲ ਲਾਇਆ ਹੋਇਆ। ਔਰ ਜਦੋਂ ਤੁਸੀਂ ਫਾਈਨਲੀ ਆਪਣੀ ਕੰਪਲੇਂਟ ਸਬਮਿਟ ਕਰਦੇ ਹੋ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਦੀ ਵਾਇਲੇਸ਼ਨ ਦੀ, ਫੇਸਬੁੱਕ ਉਦੋਂ ਤੁਹਾਨੂੰ ਵਾਰਨ ਕਰਦੀ ਹੈ ਕਿ ਇਹ ਇਟ ਇਜ਼ ਅ ਸੀਰੀਅਸ ਮੈਟਰ, ਤੇ ਕੀ ਤੁਸੀਂ ਵਾਕਿਆ ਹੀ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਦੀ ਜਿਹੜੀ ਆ ਉਹ ਕੰਪਲੇਂਟ ਦਾਖਲ ਕਰਨਾ ਚਾਹੁੰਦੇ ਹੋ। ਜੇ ਤੁਸੀਂ ਨੋ ਕਰ ਦਿੰਦੇ ਹੋ ਤਾਂ ਨਹੀਂ ਜਾਂਦੀ, ਜੇ ਯੈਸ ਕਰਦੇ ਹੋ ਤਾਂ ਹੀ ਜਾਂਦੀ ਹੈ। ਔਰ ਜਿਹੜੇ ਵਿਅਕਤੀ ਦੇ ਵੱਲੋਂ ਕੀਤੀ ਜਾਂਦੀ ਉਹਦੀਆਂ ਪਰਸਨਲ ਡਿਟੇਲਸ ਜਿਹੜੀਆਂ ਹੁੰਦੀਆਂ, ਇਹਦੇ 'ਚ ਅਸੀਂ ਐਵੀਡੈਂਸ ਜਿਹੜੇ ਆ ਉਹ ਲਾਏ ਨੇ ਕਿ ਰਵਿੰਦਰ ਨਾਰਾਇਣਨ ਹੋਣਾ ਦੀਆਂ ਪਰਸਨਲ ਡਿਟੇਲਸ ਨੇ ਜਿਹੜੀਆਂ ਦੈਟ ਵਰ ਯੂਜ਼ਡ ਟੂ ਫਾਈਲ ਇੰਟੈਲੈਕਚੁਅਲ ਪ੍ਰਾਪਰਟੀ ਕੰਪਲੇਂਟ। ਜਿਸ ਦਿਨ ਇਹ ਰਿਪੋਰਟ ਤਿਆਰ ਕੀਤੀ ਗਈ ਉਸ ਦਿਨ, ਕਿਉਂਕਿ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਦੇ ਕਲੇਮ ਦਾ ਮਸਲਾ ਪਹਿਲਾਂ ਉੱਭਰਿਆ ਸੀ, ਅਸੀਂ ਵੈਰੀਫਾਈ ਕੀਤਾ, ਉਸ ਦਿਨ ਤੱਕ ਵੀ ਪੀਟੀਸੀ ਨੇ ਆਪਣੀ ਜਿਹੜੀ ਇੰਟੈਲੈਕਚੁਅਲ ਪ੍ਰਾਪਰਟੀ ਕਲੇਮ ਦੀ ਸਟ੍ਰਾਈਕ ਪਾਈ ਹੋਈ ਸੀ ਉਹ ਵਾਪਸ ਨਹੀਂ ਸੀ ਲਈ। ਹਾਲਾਂਕਿ ਇਹਨਾਂ ਨੇ 14 ਜਨਵਰੀ 2020 ਨੂੰ ਕਹਿ ਦਿੱਤਾ ਸੀ ਕਿ ਹੁਕਮਨਾਮਾ ਸਾਹਿਬ ਕੋਈ ਵੀ ਪਾ ਲਵੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਉਹਦੇ ਬਾਵਜੂਦ ਜੋ ਇਹਨਾਂ ਨੇ ਇੱਕ ਬੌਧਿਕ ਜਾਗੀਰ ਦਾ ਦਾਅਵਾ ਕੀਤਾ ਸੀਗਾ, ਜੋ ਕਿ ਇਹ ਰਿਪੋਰਟ ਬਿਲਕੁਲ ਦੱਸਦੀ ਹੈ ਕਿ ਕੋਈ ਵੀ ਵਿਅਕਤੀ ਨਹੀਂ ਕਰ ਸਕਦਾ, ਇਹ ਧੁਰਕੀ ਬਾਣੀ ਹੈ, ਇਹਦੇ ਉੱਪਰ ਦੁਨੀਆ ਦਾ ਨੇਮ ਨਹੀਂ ਲਾਗੂ ਹੁੰਦਾ, ਕਿਸੇ ਵੀ ਤਰੀਕੇ ਦੇ ਨਾਲ ਇਹ ਕਿਸੇ ਦੀ ਇੰਟੈਲੈਕਚੁਅਲ ਪ੍ਰਾਪਰਟੀ ਨਹੀਂ ਹੈ। ਉਹ ਸਟ੍ਰਾਈਕ ਇਹ ਜਿਹੜੀ ਇਹਨਾਂ ਨੇ ਉਹ ਵਿਡਰਾ ਨਹੀਂ ਕੀਤੀ। ਹਾਂਜੀ ਹਾਂਜੀ। ਤੇ ਇਸ ਤੋਂ ਇਲਾਵਾ ਇੱਕ ਲਾਸਟ ਗੱਲ ਹੈ ਜਿਹੜੀ ਕਿ ਗੁਰਬਾਣੀ ਪ੍ਰਸਾਰਣ ਦਾ ਜਿਹੜਾ ਪ੍ਰਬੰਧ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਉਹਦੇ ਵਾਸਤੇ ਕੁਝ ਇੱਕ ਬੁਨਿਆਦੀ ਗੱਲਾਂ ਜਿਹੜੀਆਂ ਨੇ ਉਹ ਨਿਰਧਾਰਿਤ ਕੀਤੀਆਂ ਗਈਆਂ। ਇੱਕ ਤਾਂ ਇਹ ਹੈ ਕਿ ਗੁਰਬਾਣੀ ਪ੍ਰਵਾਹ ਦੇ ਪ੍ਰਸਾਰਣ ਦਾ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਵਪਾਰੀਕਰਨ ਹੈ, ਉਹਦੀ ਕਮਰਸ਼ੀਅਲਾਈਜੇਸ਼ਨ ਹੈ, ਉਹ ਨਹੀਂ ਕੀਤੀ ਜਾ ਸਕਦੀ। ਜਿਹੜੇ ਅਸੀਂ ਇਹਦੇ ਵਿੱਚ ਸੁਝਾਅ ਦਿੱਤੇ ਨੇ, ਅਸੀਂ ਕੋਈ ਫਾਈਨਲ ਸੁਝਾਅ ਜਿਹੜੇ ਆ ਉਹ ਨਹੀਂ ਦਿੱਤੇ ਕਿ ਇਹੀ ਹੋ ਸਕਦੇ ਆ। ਜਿਹੜੇ ਪ੍ਰਬੰਧ ਇਸ ਤੋਂ ਪਹਿਲਾਂ ਚੱਲ ਰਹੇ ਨੇ ਉਹ ਸਾਰੇ ਪ੍ਰਬੰਧਾਂ ਦਾ ਇਹਦੇ ਵਿੱਚ ਜ਼ਿਕਰ ਹੈ। ਇੱਕ ਆਲਟਰਨੇਟਿਵ ਤਾਂ ਇਹ ਹੁੰਦਾ ਆ ਕਿ ਆਪਣਾ SGPC ਦੇ ਵੱਲੋਂ ਜਾਂ ਸਿੱਖ ਸੰਸਥਾਵਾਂ ਦੇ ਵੱਲੋਂ ਆਪਣਾ ਚੈਨਲ ਬਣਾਇਆ ਜਾਵੇ ਜਿਹਦੇ ਰਾਹੀਂ ਗੁਰਬਾਣੀ ਪ੍ਰਵਾਹ ਦਾ ਪ੍ਰਸਾਰਣ ਹੋਵੇ। ਦੂਸਰਾ ਇਹ ਹੈ ਕਿ ਹੋਰ ਪ੍ਰਸਾਰਣ ਕਰਤਾਵਾਂ ਨੂੰ ਗੈਰ ਇਜਾਰੇਦਾਰਾਨਾ ਜ਼ਿੰਮੇਵਾਰੀ ਦਿੱਤੀ ਜਾਵੇ। ਸੋਲ ਐਕਸਕਲੂਸਿਵ ਤੇ ਐਬਸੋਲੂਟ ਰਾਈਟਸ ਇਹਨਾਂ ਨੇ ਟਰਮ ਵਰਤੀ ਹੋਈ ਹੈ ਐਗਰੀਮੈਂਟ ਦੇ ਵਿੱਚ, ਉਹ ਕਿਸੇ ਕੋਲ ਨਹੀਂ ਹੋ ਸਕਦੇ। nobody can have sole exclusive and absolute rights with related to ਗੁਰਬਾਣੀ ਬ੍ਰੌਡਕਾਸਟ। ਸੋ ਗੈਰ ਇਜਾਰੇਦਾਰਾਨਾ ਦਾ ਮਤਲਬ ਹੈ ਜਿਹੜੇ ਨੌਨ ਸੋਲ ਹੋਣਗੇ, ਨੌਨ ਐਕਸਕਲੂਸਿਵ ਹੋਣਗੇ, ਨੌਨ ਐਬਸੋਲੂਟ ਹੋਣਗੇ, ਉਹ ਹੋ ਸਕਦਾ। ਇੱਕ ਤਾਂ ਇਹ ਪ੍ਰਬੰਧ ਹੈ। ਇਸ ਤੋਂ ਇਲਾਵਾ ਤੀਜਾ ਹੈਗਾ ਕਿ ਸ਼ਰਤਾਂ ਤਹਿਤ ਸਾਰੇ ਚੈਨਲਾਂ ਨੂੰ ਗੁਰਬਾਣੀ ਪ੍ਰਸਾਰਣ ਦਾ ਪ੍ਰਵਾਹ ਪ੍ਰਸਾਰਿਤ ਕਰਨ ਦੀ ਖੁੱਲ੍ਹ ਦਿੱਤੀ ਜਾਵੇ। ਇੱਕ ਆਈਡੀਆ ਇਹ ਹੈ। ਚੌਥਾ ਇਹ ਹੈ ਕਿ ਗੁਰਮਤਿ ਦੇ ਸਿਧਾਂਤਾਂ ਤੋਂ ਸੇਧ ਲੈ ਕੇ ਨਿਸ਼ਕਾਮ, ਸਰਬ ਸਾਂਝਾ ਤੇ ਸੰਗਤੀ ਯੁਕਤ ਵਾਲਾ ਜਿਹੜਾ ਪ੍ਰਬੰਧ ਹੈ ਉਹ ਸਿਰਜਿਆ ਜਾਵੇ। ਸੋ ਇਹ 4 ਆਲਟਰਨੇਟਿਵਸ ਅਵੇਲੇਬਲ ਨੇ। ਇੱਕ ਤਾਂ ਇਹ ਹੈ ਕਿ ਆਪਣਾ ਚੈਨਲ ਖੋਲ੍ਹੋ, ਦੂਜਾ ਇਹ ਹੈ ਕਿ ਦੂਜੇ ਬ੍ਰੌਡਕਾਸਟਰਸ ਨੂੰ ਤੁਸੀਂ ਰਾਈਟ ਦਿਓ ਕਿਸੇ ਨੂੰ, ਜਿਸ ਤਰ੍ਹਾਂ ਇੱਕ ਹੁਣ ਦਿੱਤੇ ਜਾ ਰਹੇ ਆ, ਪਰ ਉਹ ਗੈਰ ਇਜਾਰੇਦਾਰਾਨਾ ਹੋਣੇ ਚਾਹੀਦੇ, ਸ਼ਰਤਾਂ ਤਹਿਤ ਹੋਣਗੇ। ਤੀਜਾ ਇਹ ਹੈ ਕਿ ਸ਼ਰਤਾਂ ਤਹਿਤ ਤੁਸੀਂ ਸਾਰਿਆਂ ਦੇ ਵਾਸਤੇ ਖੋਲ੍ਹ ਸਕਦੇ ਹੋ। ਚੌਥਾ ਇਹ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਕ੍ਰੀਏਟਿਵ ਕਾਮਨ ਪ੍ਰਬੰਧ ਸਿਰਜੋ, ਸੰਗਤੀ ਯੁਕਤ ਵਾਲਾ ਹੋਵੇ, ਗੁਰਮਤਿ ਸਿਧਾਂਤ ਦੇ ਅਨੁਸਾਰੀ ਹੋਵੇ, ਇੱਕ ਸਿੱਖਾਂ ਦਾ ਆਪਣਾ ਯੂਨੀਕ ਬ੍ਰੌਡਕਾਸਟਿੰਗ ਦਾ ਸਿਸਟਮ ਹੋਵੇ। ਸੋ ਅਸੀਂ ਇਹ ਸੁਝਾਅ ਦਿੱਤਾ ਆ। ਵੈਸੇ ਤਾਂ ਇਹ ਚਾਰੇ ਹੀ ਸੰਗਤ ਦੇ ਸਾਹਮਣੇ ਨੇ, ਪਰ ਕਮੇਟੀ ਦੇ ਵੱਲੋਂ ਇਹ ਸੁਝਾਅ ਹੈਗਾ ਕਿ ਜਿਹੜਾ ਸੰਗਤੀ ਯੁਕਤ ਵਾਲਾ ਤੇ ਨਿਸ਼ਕਾਮ ਤੌਰ ਦੇ ਉੱਪਰ ਚੱਲਣ ਵਾਲਾ ਗੁਰਮਤਿ ਸਿਧਾਂਤ ਤੋਂ ਸੇਧ ਲੈਣ ਵਾਲਾ ਪ੍ਰਬੰਧ ਆ ਉਹ ਹੋਣਾ ਚਾਹੀਦਾ। ਅਖੀਰ ਦੇ ਵਿੱਚ ਅਸੀਂ ਕੁਝ ਨੁਕਤੇ ਸੁਝਾਏ ਨੇ। ਇਹ ਲਿਸਟ ਜਿਹੜੀ ਆ ਐਕਸਕਲੂਸਿਵ ਹੈ, ਮਤਲਬ ਐਕਸਕਲੂਸਿਵ ਨਹੀਂ ਹੈ, ਇਨਕਲੂਸਿਵ ਹੈ। ਇਹਦੇ ਵਿੱਚ ਹੋਰ ਵੀ ਸੁਝਾਅ ਜਿਹੜੇ ਆ ਉਹ ਹੋ ਸਕਦੇ, ਨੌਨ ਐਗਜ਼ੌਸਟਿਵ ਹੈ, ਮੁਕੰਮਲ ਨਹੀਂ ਹੈਗੀ। ਪਹਿਲਾ ਇਹ ਹੈਗਾ ਆ ਕਿ ਗੁਰਬਾਣੀ ਪ੍ਰਸਾਰਣ ਦੇ ਪ੍ਰਵਾਹ ਦਾ ਕਿਸੇ ਵੀ ਤਰੀਕੇ ਦੇ ਨਾਲ ਵਪਾਰੀਕਰਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਗੁਰਬਾਣੀ ਪ੍ਰਵਾਹ ਦਾ ਵਪਾਰੀਕਰਨ ਹੋ ਹੀ ਨਹੀਂ ਸਕਦਾ। ਦੂਸਰਾ ਇਹ ਹੈ ਕਿ ਕਿਸੇ ਨੂੰ ਵੀ ਗੁਰਬਾਣੀ ਪ੍ਰਵਾਹ ਉੱਪਰ ਇਜਾਰੇਦਾਰੀ, ਸੋਲ ਐਕਸਕਲੂਸਿਵ ਐਂਡ ਐਬਸੋਲੂਟ ਰਾਈਟਸ ਸਥਾਪਿਤ ਕਰਨ ਦਾ ਹੱਕ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਗੁਰਬਾਣੀ ਸਰਬ ਸਾਂਝੀ ਹੈ। ਤੀਸਰੀ ਚੀਜ਼ ਹੈ ਕਿ ਗੁਰਬਾਣੀ ਪ੍ਰਵਾਹ ਦਾ ਪ੍ਰਸਾਰਣ ਕਰਕੇ ਪ੍ਰਚਾਰ ਪ੍ਰਸਾਰ ਦੇ ਇਛੁਕ ਸਾਰੇ ਮੰਚਾਂ, ਚੈਨਲਾਂ ਨੂੰ ਅਜਿਹੀ ਸਮੱਗਰੀ ਦਾ ਪ੍ਰਸਾਰਣ ਨਹੀਂ ਕਰ ਸਕਦੇ ਜਿਹੜੇ ਗੁਰਮਤਿ ਸਿਧਾਂਤਾਂ ਦੇ ਉਲਟ ਕੰਟੈਂਟ ਦਾ ਪ੍ਰਸਾਰਣ ਕਰਦੇ ਹੋਣ, ਜਾਂ 5 ਵਿਕਾਰਾਂ ਨੂੰ, ਜਿਹੜੀ 5 ਵਿਕਾਰ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਵਾਲੇ ਕੰਟੈਂਟ ਦਾ ਜਿਹੜਾ ਪ੍ਰਸਾਰਣ ਕਰਦੇ ਹੋਣ, ਉਹਨਾਂ ਚੈਨਲਾਂ ਦੇ ਉੱਪਰ ਇਹਦਾ ਪ੍ਰਸਾਰਣ ਜਿਹੜਾ ਗੁਰਬਾਣੀ ਦਾ ਆ ਉਹ ਨਹੀਂ ਹੋਣਾ ਚਾਹੀਦਾ। ਤੇ ਅਖੀਰ ਦੇ ਵਿੱਚ ਹੈਗਾ ਕਿ ਜਿਹੜੇ ਵੀ ਅਦਾਰੇ ਸ਼ਰਤਾਂ ਪੂਰੀਆਂ ਕਰਦੇ ਹੋਣ
ਉਹ ਜੇਕਰ ਕਰਨਾ ਚਾਹੁੰਦੇ ਆ ਤੇ ਉਹਨਾਂ ਦੇ ਕੋਲੋਂ ਪ੍ਰਬੰਧ ਨੂੰ ਸੁਚਾਰੂ ਰੱਖਣ ਦੇ ਵਾਸਤੇ ਜਾਂ ਕੋਈ ਸ਼ਰਤਾਂ ਜਿਹੜੀਆਂ ਉਹ ਤੈਅ ਕੀਤੀਆਂ ਜਾ ਸਕਦੀਆਂ, ਜਿਨ੍ਹਾਂ ਦੇ ਵਿੱਚ ਵਿੱਤੀ ਕੰਸੀਡਰੇਸ਼ਨ ਜਿਹੜੀ ਹੈ ਉਹਦੇ ਇਵਜ਼ਾਨੇ ਦੇ ਵਜੋਂ ਨਾ ਹੋਵੇ, ਪਰ ਉਹਦੇ ਪ੍ਰਬੰਧ ਨੂੰ ਸਪੋਰਟ ਕਰਨ ਦੇ ਵਾਸਤੇ ਇਸ ਤਰ੍ਹਾਂ ਦਾ ਕੁਝ ਵੀ ਜਿਹੜਾ ਉਹ ਹੋ ਸਕਦਾ। ਸੋ ਇਹ ਰਿਪੋਰਟ ਦੇ ਹੁਣ ਸਾਰੀ ਸੰਗਤ ਦੇ ਸਾਹਮਣੇ ਹੈ ਤੇ ਅਸੀਂ ਚਾਹਾਂਗੇ ਕਿ ਇਹਦਾ ਜਿਹੜਾ ਨੋਟਿਸ ਹੈ ਉਹ ਸਿੱਖ ਸੰਗਤ ਲਵੇ। ਦੂਸਰੀ ਗੱਲ ਇਹ ਹੈ ਕਿ ਜਿਹੜੀ ਵੀ ਗੱਲ ਰਿਪੋਰਟ ਦੇ ਵਿੱਚ ਕਹੀ ਗਈ ਹੈ ਉਹਦੀ ਸਮੁੱਚੀ ਜ਼ਿੰਮੇਵਾਰੀ ਜਿਹੜੀ ਹੈ ਉਹ ਅਸੀਂ ਓਟਦੇ ਹਾਂ, ਪਰ ਜਿਹੜੀ ਕੋਈ ਗੱਲ ਰਿਪੋਰਟ ਦੇ ਬਾਹਰੀ ਤੌਰ ਦੇ ਉੱਪਰ, ਆਪਣੇ ਤੌਰ ਦੇ ਉੱਪਰ ਹੋ ਸਕਦਾ ਮੇਰੇ ਕੋਲੋਂ ਹੀ ਕੋਈ ਗੱਲ ਤੁਹਾਡੇ ਨਾਲ ਕਰਦਿਆਂ ਹੋਇਆਂ ਸਾਂਝੀ ਕੀਤੀ ਗਈ ਹੋਵੇ, ਉਹਦੀ ਜ਼ਿੰਮੇਵਾਰੀ ਹਰ ਇੱਕ ਇੰਡੀਵਿਜੂਅਲ ਦੀ ਜਿਹੜੀ ਆ ਉਹ ਆਪਣੀ ਹੋ ਸਕਦੀ ਹੈ। ਜਿਹੜੀ ਰਿਪੋਰਟ ਆ ਇਹਦੇ ਵਿੱਚ ਜਿੰਨੇ ਵੀ ਸਪੋਰਟਿਵ ਡਾਕੂਮੈਂਟ ਨੇ ਉਹ ਨਾਲ ਲੱਗੇ ਹੋਏ ਆ, ਤੇ ਬਾਕੀ ਮੈਂ ਪ੍ਰੋਫੈਸਰ ਸਾਹਿਬ ਨੂੰ ਜਾਂ ਸਾਡੇ ਜਿਹੜੇ ਹੋਰ ਸਤਿਕਾਰਯੋਗ ਮੈਂਬਰ ਸਾਹਿਬਾਨ ਹਨ ਉਹ ਆਪਣੀ ਗੱਲ ਰੱਖ ਸਕਦੇ ਆ। ਇਹ ਜਿਨ੍ਹਾਂ ਪੱਖਾਂ ਦੇ ਉੱਪਰ ਤੁਹਾਡੇ ਨਾਲ ਸਾਂਝ ਕੀਤੀ ਉਹਨਾਂ ਬਾਰੇ ਕੋਈ ਵੀ ਸਵਾਲ ਹੋਵੇ, ਆਪਾਂ ਪਰਸਨਲੀ ਉਹਦੇ ਬਾਰੇ ਗੱਲਬਾਤ ਕਰ ਸਕਦੇ ਹਾਂ।